ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਵਿੱਚ ਕੀ ਹੋ ਗਏ ਨੇ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਕੀਤਾ ਵੱਡਾ ਐਲਾਨ। ਪੀਆਰ ਤੇ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ। ਬਾਇਓਮੈਟ੍ਰਿਕਸ ਲਈ ਪੁੱਛੇ ਜਾ ਰਹੇ ਨੇ ਕਈ ਸਵਾਲ। ਇਮੀਗ੍ਰੇਸ਼ਨ ਵਿਭਾਗ ਵੱਲੋਂ ਕੀ ਦਿੱਤੀ ਗਈ ਜਾਣਕਾਰੀ ਦੱਸਾਂਗੇ। ਟੋਰਾਂਟੋ ਵਿੱਚ ਕਾਲੇ ਭਾਈਚਾਰੇ ਤੋਂ ਪਹਿਲੇ ਪੁਲਿਸ ਮੁਖੀ ਬਣਨ ਵਾਲੇ ਮਾਰਕ ਸੌਂਡਰਸ ਨੇ ਕੀਤਾ ਅਸਤੀਫੇ ਦਾ ਐਲਾਨ। ਅਜੇ ਇਸ ਅਹੁਦੇ ਤੇ ਬਾਕੀ ਸਨ 8 ਮਹੀਨੇ। ਕੈਨੇਡਾ ਵਿੱਚ ਕਈ ਥਾਵਾਂ ਤੇ ਪੁਲਿਸ ਖਿਲਾਫ ਹੋਏ ਪ੍ਰਦਰਸ਼ਨ। ਕੈਲਗਰੀ, ਵੈਨਕੂਵਰ ਤੇ ਹੋਰ ਕਈ ਥਾਵਾਂ ਤੇ ਗੂੰਜੇ ਨਾਅਰੇ। ਪੁਲਿਸ ਨੂੰ ਫੰਡਿੰਗ ਬੰਦ ਕਰਨ ਦੀ ਮੰਗ। ਕੋਸਕੋ ਕੈਨੇਡਾ ਵਿੱਚ ਕੋਵਿਡ-19 ਤੋਂ ਬਾਅਦ ਹੋਏ ਕਿਹੜੇ ਵੱਡੇ ਬਦਲਾਅ, ਖਬਰਾਂ 'ਚ ਦਵਾਂਗੇ ਜਾਣਕਾਰੀ। ਸਰੀ ਵਿੱਚੋਂ ਨਸ਼ੇ, ਕੈਸ਼ ਤੇ ਨਸ਼ਾ ਤਸਕਰੀ ਦੇ ਸਬੂਤ 2 ਵਿਅਕਤੀਆਂ ਤੋਂ ਮਿਲੇ, ਦੱਸਾਂਗੇ ਪੁਲਿਸ ਨੇ ਹੋਰ ਕੀ ਦਿੱਤੀ ਜਾਣਕਾਰੀ। ਕਿਰਾਏ ਨਾ ਦਿੱਤੇ ਜਾਣ ਤੇ ਇੱਕ ਰਿਪੋਰਟ ਆਈ ਸਾਹਮਣੇ। ਕਮਰਸ਼ੀਅਲ ਪ੍ਰਾਪਰਟੀ ਸੰਬੰਧੀ ਜਾਣਕਾਰੀ ਦੱਸਾਂਗੇ ਕਿਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਵਪਾਰੀ। BC ਫੇਰੀਜ਼ ਨੇ ਯਾਤਰੀਆਂ ਦੇ ਲਈ ਜਾਰੀ ਕੀਤੀ ਜਾਣਕਾਰੀ। ਜੂਨ 15 ਤੋਂ ਮਾਸਕ ਬਿਨਾਂ ਨਹੀਂ ਮਿਲੇਗੀ ਫੇਰੀ ਤੇ ਆਉਣ ਦੀ ਇਜਾਜ਼ਤ, ਦੱਸਾਂਗੇ ਹੋਰ ਕੀ ਕੁਝ ਕਿਹਾ। ਸਸਕੈਚਵਨ ਵਿੱਚ ਜੂਨ 12 ਸ਼ੁੱਕਰਵਾਰ ਤੋਂ ਖੋਲ੍ਹੇ ਜਾ ਰਹੇ ਨੇ ਪਲੇਗਰਾਉਂਡ ਤੇ ਬੀਚ। ਇਸ ਦੇ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਨਜ਼ਰ ਮਾਰ ਲੈਂਦੇ ਹਾਂ ਕਿ ਕੈਨੇਡਾ ਭਰ ਵਿੱਚ ਹਰ ਸੂਬੇ ਤੋਂ ਕਿੰਨੇ ਅੰਕੜੇ ਸਾਹਮਣੇ ਆਏ ਨੇ। ਖਾਸ ਤੌਰ ਤੇ ਅੱਜ ਅੰਕੜੇ ਇਸ ਕਰਕੇ ਵੀ ਅਹਿਮ ਨੇ ਕਿ ਜ਼ਿਆਦਾ ਸੂਬਿਆਂ ਦੇ ਵਿੱਚੋਂ ਇਹ 24 ਘੰਟੇ ਤੋਂ ਬਾਅਦ ਦੇ ਨਹੀਂ ਸਗੋਂ 48 ਘੰਟੇ ਤੋਂ ਬਾਅਦ ਦੇ ਅੰਕੜੇ ਨੇ, ਕਿਉਂਕਿ ਐਤਵਾਰ ਕਰਕੇ ਇਹ ਅੰਕੜੇ ਉਸ ਦਿਨ ਨਹੀਂ ਸੀ ਦੱਸੇ ਗਏ। ਤੇ ਤੁਹਾਨੂੰ ਦੱਸਦੇ ਹਾਂ ਕਿ ਅੱਜ ਸੋਮਵਾਰ ਨੂੰ ਆਖਿਰ ਕਿੰਨੇ ਨਵੇਂ ਅੰਕੜੇ ਸਾਹਮਣੇ ਆਏ ਨੇ। ਕੈਨੇਡਾ ਭਰ ਵਿੱਚ ਇਸ ਸਮੇਂ 96,217 ਕੋਰੋਨਾ ਵਾਇਰਸ ਦੇ ਮਰੀਜ਼ ਹੋ ਚੁੱਕੇ ਨੇ। 54,796 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ ਤੇ 7,835 ਮੌਤਾਂ ਹੋ ਚੁੱਕੀਆਂ ਨੇ। ਐਲਬਰਟਾ ਤੋਂ 7,202 ਮਰੀਜ਼ ਹੋ ਚੁੱਕੇ ਨੇ। 698 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ 149 ਮੌਤਾਂ ਹੋ ਚੁੱਕੀਆਂ ਨੇ। ਬ੍ਰਿਟਿਸ਼ ਕੋਲੰਬੀਆ ਤੋਂ 2,659 ਮਰੀਜ਼ ਹੋ ਚੁੱਕੇ ਨੇ। 2,309 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ ਤੇ 167 ਮੌਤਾਂ ਹੋ ਚੁੱਕੀਆਂ ਨੇ। ਮੈਨੀਟੋਬਾ ਤੋਂ 300 ਮਰੀਜ਼ ਹੋ ਚੁੱਕੇ ਨੇ। 284 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ ਤੇ 7 ਮੌਤਾਂ ਹੋਈਆਂ ਨੇ। ਨਿਊ ਬਰੰਸਵਿਕ ਤੋਂ 146 ਮਰੀਜ਼ ਨੇ। 121 ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ ਤੇ 1 ਹੁਣ ਤੱਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊਫਾਊਂਡਲੈਂਡ ਤੋਂ 261 ਮਰੀਜ਼ ਹੋ ਚੁੱਕੇ ਨੇ। 256 ਪੂਰੀ ਤਰ੍ਹਾਂ ਠੀਕ ਵੀ ਹੋ ਗਏ ਤੇ 3 ਮੌਤਾਂ ਹੋਈਆਂ ਨੇ। ਨੋਵਾ ਸਕੋਸ਼ੀਆ ਤੋਂ 1,059 ਮਾਮਲੇ ਸਾਹਮਣੇ ਆਏ ਨੇ। 999 ਪੂਰੀ ਤਰ੍ਹਾਂ ਠੀਕ ਹੋ ਗਏ ਨੇ ਤੇ 61 ਮੌਤਾਂ ਹੋਈਆਂ ਨੇ। ਓਨਟਾਰੀਓ ਤੋਂ 30,860 ਮਰੀਜ਼ ਹੋ ਚੁੱਕੇ ਨੇ। 24,492 ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ 2,508 ਮੌਤਾਂ ਹੋਈਆਂ ਨੇ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਰੀਜ਼ ਹੋ ਚੁੱਕੇ ਨੇ ਤੇ 27 ਹੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ, ਯਾਨੀ ਹੁਣ ਉੱਥੇ ਕੋਈ ਵੀ ਐਕਟਿਵ ਕੇਸ ਨਹੀਂ ਹੈ। ਕਿਊਬੈਕ ਤੋਂ 53,047 ਮਰੀਜ਼ ਹੋ ਚੁੱਕੇ ਨੇ। 18,714 ਪੂਰੀ ਤਰ੍ਹਾਂ ਠੀਕ ਹੋਏ ਨੇ ਤੇ 4984 ਮੌਤਾਂ ਹੋ ਚੁੱਕੀਆਂ ਨੇ। ਸਸਕੈਚਵਨ ਤੋਂ 654 ਮਰੀਜ਼ ਹੋ ਚੁੱਕੇ ਨੇ। 13 ਮੌਤਾਂ ਹੋਈਆਂ ਨੇ ਤੇ 608 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਨੇ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਰੀਜ਼ ਹੋਏ ਤੇ 5 ਹੀ ਪੂਰੀ ਤਰ੍ਹਾਂ ਠੀਕ ਹੋ ਗਏ। ਯੂਕੋਨ ਤੋਂ 11 ਮਰੀਜ਼ ਹੋਏ ਤੇ 11 ਹੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀ ਇਸ ਦਾ ਜ਼ਿਕਰ ਕੀਤਾ ਗਿਆ ਸੀ ਤੇ ਇਸ ਸੰਬੰਧੀ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਵੱਲੋਂ ਖਾਸ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਰਾਤ ਤੋਂ ਇੱਕ ਨਵੀਂ ਇਸ ਦੇ ਉੱਤੇ ਚੀਜ਼ ਲਾਗੂ ਹੋ ਗਈ ਹੈ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਕਿ ਜਿੰਨੇ ਵੀ ਪਰਿਵਾਰਕ ਮੈਂਬਰ ਵਿਛੜੇ ਹੋਏ ਸਨ ਕੋਵਿਡ-19 ਦੇ ਕਰਕੇ ਇੱਕ ਦੂਜੇ ਦੇ ਕੋਲ ਨਹੀਂ ਸੀ ਆ ਪਾ ਰਹੇ, ਉਹ ਹੁਣ ਆ ਸਕਦੇ ਨੇ। ਫਿਰ ਬੇਸ਼ੱਕ ਉਹ ਕਿਸੇ ਵੀ ਦੁਨੀਆ ਦੇ ਕੋਨੇ ਤੋਂ ਕਿਉਂ ਨਾ ਆ ਸਕਣ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਦੇ ਵੀ ਮਾਪੇ ਕਿਸੇ ਹੋਰ ਦੇਸ਼ ਦੇ ਵਿੱਚ ਬੈਠੇ ਸਨ, ਕੋਵਿਡ-19 ਦੇ ਕਰਕੇ ਉਹ ਨਹੀਂ ਸੀ ਆ ਪਾ ਰਹੇ, ਜਾਂ ਬੱਚੇ ਜਾਂ ਫਿਰ ਕਿਸੇ ਦੀ ਪਤਨੀ ਜਾਂ ਕਿਸੇ ਦਾ ਪਤੀ, ਯਾਨੀ ਕਿ ਜੀਵਨ ਸਾਥੀ ਜੇ ਕਿਸੇ ਦਾ ਉਸ ਤੋਂ ਦੂਰ ਕਿਸੇ ਹੋਰ ਦੇਸ਼ ਦੇ ਵਿੱਚ ਮੌਜੂਦ ਸੀ, ਤਾਂ ਹੁਣ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਕੈਨੇਡਾ ਦੇ ਵਿੱਚ ਆ ਸਕਦੇ ਨੇ ਤੇ ਇਸ ਸੰਬੰਧੀ ਨਾਲ ਹੀ ਹਦਾਇਤਾਂ ਵੀ ਜ਼ਰੂਰ ਉਸ ਦੇ ਉੱਤੇ ਲਾਗੂ ਰਹਿਣਗੀਆਂ। ਖਾਸ ਤੌਰ ਦੇ ਉੱਤੇ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਪਾਰ ਕਰਕੇ ਵੀ ਉਹ ਆ ਸਕਦੇ ਨੇ। ਇਸ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਕਿ
15 ਦਿਨ ਤੋਂ ਲੈ ਕੇ ਹੋਰ ਜਿੰਨੇ ਵੀ ਦਿਨਾਂ ਦੀ ਉਹਨਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ ਉਹ ਰਹਿ ਸਕਦੇ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਕੋਲ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਉਹ ਸਮਝ ਸਕਦੇ ਨੇ ਕਿ ਕਿੰਨੇ ਚਿਰ ਤੋਂ ਕੋਵਿਡ-19 ਦੇ ਕਰਕੇ ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲ ਸਕੇ, ਜਿਸ ਦੇ ਲਈ ਉਹ ਉਹਨਾਂ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਸਮਝਦੇ ਨੇ ਤੇ ਇਸੇ ਕਰਕੇ ਇਸ ਨੂੰ ਹੁਣ ਲਾਗੂ ਕਰ ਦਿੱਤਾ ਗਿਆ ਹੈ ਕਿ ਜਿੰਨੇ ਵੀ ਪਰਿਵਾਰਕ ਮੈਂਬਰ ਨੇ ਤੇ ਉਸ ਦੇ ਵਿੱਚ ਕੌਣ ਆਉਂਦੇ ਨੇ ਕਿ ਮਾਂ-ਬਾਪ ਤੇ ਸਪਾਊਸ ਤੇ ਬੱਚੇ, ਉਹ ਹੁਣ ਇਕੱਠੇ ਹੋ ਸਕਦੇ ਨੇ। ਅੱਜ ਰਾਤ ਤੋਂ ਇਹ ਲਾਗੂ ਹੋ ਰਿਹਾ ਹੈ ਤੇ ਇਸ ਦੀ ਇਜਾਜ਼ਤ ਮਿਲਣ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਰਹਿਣ ਦੀ ਹਦਾਇਤ ਕੁਝ ਉਸੇ ਤਰ੍ਹਾਂ ਹੈ ਕਿ ਬਾਰਡਰ ਦੇ ਉੱਤੇ ਉਹਨਾਂ ਨੂੰ ਜਾਣਕਾਰੀ ਦੇਣੀ ਪਵੇਗੀ ਕਿ ਜੇਕਰ ਆਪਣੇ ਪਰਿਵਾਰ ਕੋਲ ਪਹੁੰਚਦੇ ਨੇ ਤਾਂ ਕੀ ਉਹਨਾਂ ਦੇ 14 ਦਿਨ ਵਾਸਤੇ ਵੱਖਰੇ ਤੌਰ ਦੇ ਉੱਤੇ ਰਹਿਣ ਦਾ ਵਸੀਲਾ ਹੈਗਾ। ਤੇ ਜਿਵੇਂ ਬਾਕੀ ਸਾਰੀਆਂ ਹਦਾਇਤਾਂ ਨੇ ਕਿ ਜੇਕਰ ਕਿਸੇ ਕੋਲ ਨਹੀਂ ਹੁੰਦਾ ਜਾਂ ਫਿਰ ਟਰਾਂਸਪੋਰਟ ਦੀ ਜਿਸ ਕੋਲ ਨਹੀਂ ਹੁੰਦਾ ਤਾਂ ਸਰਕਾਰ ਦੇ ਵੱਲੋਂ ਜੋ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਤਹਿਤ ਮਦਦ ਦਿੱਤੀ ਜਾਵੇਗੀ। ਪਰ ਇਸ ਦੇ ਵਿੱਚ ਅਹਿਮ ਗੱਲ ਇਹ ਵੀ ਹੈ ਕਿ ਜਿਨ੍ਹਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਉਹ ਸਿਰਫ ਉਹਨਾਂ ਵਾਸਤੇ ਹੈ ਜਿਹੜੇ ਕੈਨੇਡਾ ਦੇ ਵਿੱਚ PR ਕਾਰਡ ਹੋਲਡਰ ਨੇ ਜਾਂ ਫਿਰ ਨਾਗਰਿਕ ਨੇ, ਸਿਟੀਜ਼ਨ ਨੇ ਕੈਨੇਡਾ ਦੇ। ਤੇ ਇਹਨਾਂ ਸਿਰਫ ਦੋਨਾਂ ਵਾਸਤੇ ਜਾਂ ਫਿਰ ਜਿਹੜੇ ਵਰਕ ਪਰਮਿਟ ਵਾਲੇ ਨੇ ਉਹਨਾਂ ਵਾਸਤੇ ਇਹ ਨਹੀਂ ਹੈ, ਨਾ ਹੀ ਸਟੂਡੈਂਟਸ ਵਾਸਤੇ ਹੈ, ਹੋਰ ਕਿਸੇ ਵੀ ਸਟੇਟਸ ਤੇ ਕੈਨੇਡਾ ਦੇ ਵਿੱਚ ਕਿਉਂ ਨਹੀਂ ਹੈਗੇ ਉਹਨਾਂ ਵਾਸਤੇ ਹੀ ਇਜਾਜ਼ਤ ਨਹੀਂ ਹੈ। ਸਿਰਫ ਜਿਹੜੇ PR ਨੇ ਜਾਂ ਨਾਗਰਿਕ ਨੇ ਕੈਨੇਡਾ ਦੇ ਉਹਨਾਂ ਦੇ ਵਾਸਤੇ ਇਜਾਜ਼ਤ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਵਿੱਚ ਬੁਲਾ ਸਕਦੇ ਨੇ। ਇੱਥੇ ਬਹੁਤ ਸਾਰੇ ਸਵਾਲ ਬਾਇਓਮੈਟ੍ਰਿਕ ਨੂੰ ਲੈ ਕੇ ਬਹੁਤ ਸਾਹਮਣੇ ਆ ਰਹੇ ਨੇ ਤੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਵੀ ਇਹ ਸਵਾਲ ਬਾਰ-ਬਾਰ ਪਹੁੰਚ ਰਹੇ ਨੇ, ਜਿਸ ਤੋਂ ਬਾਅਦ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਪਣੇ ਸੋਸ਼ਲ ਮੀਡੀਆ ਸਾਈਟਸ ਦੇ ਉੱਤੇ ਵੀ ਇਸ ਬਾਰੇ ਦੁਬਾਰਾ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਤੁਸੀਂ CIC ਦੇ ਉੱਤੇ ਜਾ ਕੇ ਦੇਖੋਗੇ ਤਾਂ ਬਾਇਓਮੈਟ੍ਰਿਕਸ ਦੇ ਬਾਰੇ ਜਦੋਂ ਉੱਥੇ ਜਾਣਕਾਰੀ ਭਰੋਗੇ ਤਾਂ ਉੱਪਰ ਸਿੱਧਾ ਲਿਖਿਆ ਆ ਰਿਹਾ ਹੈ ਕਿ ਹਜੇ ਬਾਇਓਮੈਟ੍ਰਿਕ ਵਾਸਤੇ ਕੋਈ ਵੀ ਅਪਾਇੰਟਮੈਂਟ ਨਹੀਂ ਦਿੱਤੀਆਂ ਜਾ ਰਹੀਆਂ, ਕਿਉਂਕਿ ਇੱਕ ਮਸ਼ੀਨ ਦੇ ਉੱਤੇ ਫਿੰਗਰਪ੍ਰਿੰਟ ਲੱਗਣੇ ਹੁੰਦੇ ਨੇ ਤੇ ਉਸ ਨੂੰ ਲੈ ਕੇ ਇੱਕ ਸੁਰੱਖਿਆ ਨੂੰ ਸਥਾਈ ਬਣਾਉਣਾ ਕਿ ਇੱਕ ਤੋਂ ਜ਼ਿਆਦਾ ਜਣਿਆਂ ਦੇ ਵੱਲੋਂ ਜਦੋਂ ਇੱਕੋ ਮਸ਼ੀਨ ਨੂੰ ਵਰਤਿਆ ਜਾਣਾ ਹੈ ਤਾਂ ਉਹ ਕਾਫੀ ਅਹਿਮ ਹੈ, ਜਿਸ ਕਰਕੇ ਬਾਰ-ਬਾਰ ਬਾਇਓਮੈਟ੍ਰਿਕ ਨੂੰ ਲੈ ਕੇ ਜੋ ਸਵਾਲ ਪੁੱਛੇ ਜਾ ਰਹੇ ਨੇ ਉਸ ਦਾ ਸਾਰਿਆਂ ਦਾ ਉੱਤਰ CIC ਦੀ ਵੈਬਸਾਈਟ ਦੇ ਉੱਤੇ ਹੀ ਮਿਲਣਾ ਹੈ ਤੇ ਉੱਥੇ ਇਹੋ ਲਿਖਿਆ ਆ ਰਿਹਾ ਹੈ ਕਿ ਬਾਇਓਮੈਟ੍ਰਿਕ ਦੇ ਵਾਸਤੇ ਉਦੋਂ ਤੱਕ ਅਪਾਇੰਟਮੈਂਟਸ ਨਹੀਂ ਖੋਲ੍ਹੀਆਂ ਜਾ ਸਕਦੀਆਂ ਜਦੋਂ ਤੱਕ ਜਿਹੜੇ ਸਥਾਈ ਸੁਰੱਖਿਆ ਨੂੰ ਨਹੀਂ ਬਣਾ ਲਿਆ ਜਾਂਦਾ ਤੇ ਜਿਹੜੇ ਵੀ ਤੁਹਾਡੇ ਨੇੜੇ ਸਟੇਸ਼ਨ ਨੇ ਜਿੱਥੇ ਕਿ ਬਾਇਓਮੈਟ੍ਰਿਕ ਲਿਆ ਜਾਂਦਾ ਹੈ ਉੱਥੇ ਜਦੋਂ ਤੱਕ ਉਹ ਨਹੀਂ ਖੁੱਲ੍ਹ ਜਾਂਦੇ ਉਦੋਂ ਤੱਕ ਜੇਕਰ ਤੁਹਾਡੇ ਬਾਇਓਮੈਟ੍ਰਿਕ ਨਹੀਂ ਹੁੰਦੇ ਤਾਂ ਇਸ ਦੇ ਵਿੱਚ ਕੋਈ ਤੁਹਾਡਾ ਕਸੂਰ ਨਹੀਂ ਹੋਵੇਗਾ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਸੂਰਵਾਰ ਨਹੀਂ ਮੰਨਿਆ ਜਾਵੇਗਾ ਤੇ ਫਾਈਲਾਂ ਨੂੰ ਵੀ ਉਸੇ ਤਰ੍ਹਾਂ ਖੁੱਲ੍ਹੀਆਂ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਬਾਇਓਮੈਟ੍ਰਿਕ ਜਿਹੜੇ ਤੁਹਾਡੇ ਆਲੇ ਦੁਆਲੇ ਸਟੇਸ਼ਨ ਦੇ ਉੱਤੇ ਲਏ ਜਾ ਰਹੇ ਨੇ ਜੇਕਰ ਉਹ ਸ਼ੁਰੂ ਹੋ ਜਾਂਦੇ ਨੇ ਤਾਂ ਉਹ ਵੀ ਇਹ ਨਹੀਂ ਹੈ ਕਿ ਤੁਸੀਂ ਇੱਕਦਮ ਜਾ ਕੇ 1-2 ਦਿਨ ਦੇ ਵਿੱਚ ਹੀ ਕਰਵਾਉਣੇ ਨੇ, ਜੇ 1-2 ਦਿਨ ਦੇ ਵਿੱਚ ਹੀ ਅਪਾਇੰਟਮੈਂਟ ਲੈਣੀ ਹੈ, ਨਹੀਂ ਤਾਂ ਤੁਹਾਡੀਆਂ ਫਾਈਲਾਂ ਰੱਦ ਹੋ ਜਾਣੀਆਂ ਨੇ। ਉਹ ਬਿਲਕੁਲ ਵੀ ਨਹੀਂ ਹੈ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਮਾਂ ਦਿੱਤਾ ਜਾਵੇਗਾ। ਇਸ ਦੇ ਬਾਰੇ ਖਾਸ ਉਹਨਾਂ ਨੇ ਜਾਣਕਾਰੀ ਆਪਣੀ ਵੈਬਸਾਈਟ ਦੇ ਉੱਤੇ ਜਾਰੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਬਾਰ-ਬਾਰ ਦੇਖਦੇ ਰਹੋ ਕਿ ਤੁਹਾਡੇ ਆਲੇ ਦੁਆਲੇ ਕਿਹੜੇ ਬਾਇਓਮੈਟ੍ਰਿਕ ਲੈਣ ਵਾਲੀਆਂ ਥਾਵਾਂ ਨੇ ਜਿਹੜੀਆਂ ਉਹ ਖੁੱਲ੍ਹ ਵੀ ਜਾ ਚੁੱਕੀਆਂ ਨੇ ਜਾਂ ਫਿਰ ਖੁੱਲ੍ਹਣ ਵਾਲੀਆਂ ਨੇ ਜਾਂ ਫਿਰ ਅਗਰ ਉੱਥੇ ਅਪਾਇੰਟਮੈਂਟਸ ਬੁੱਕ ਹੋਣੀਆਂ ਸ਼ੁਰੂ ਹੋ ਗਈਆਂ ਨੇ। ਫਿਲਹਾਲ ਤਾਂ ਕੈਨੇਡਾ ਦੇ ਵਿੱਚ ਅਜਿਹਾ ਨਹੀਂ ਹੈ। ਖਾਸ ਤੌਰ ਦੇ ਉੱਤੇ ਇਹ ਵੀ ਕਿਹਾ ਗਿਆ ਹੈ ਕਿ ਬਾਰਡਰ ਦੇ ਉੱਤੇ ਨਾ ਜਾਇਆ ਜਾਵੇ, ਕਿਉਂਕਿ ਬਾਇਓਮੈਟ੍ਰਿਕ ਵਾਸਤੇ ਜਾਂ ਫਿਰ ਕੁਝ ਹੋਰ ਅਪਲਾਈ ਕਰਨ ਵਾਸਤੇ ਸਿੱਧਾ ਜਿਵੇਂ ਬਾਰਡਰ 'ਤੇ ਜਾਂਦੇ ਹੋ ਤਾਂ ਫਿਲਹਾਲ ਉਸ ਦੇ ਵਾਸਤੇ ਵੀ ਇਜਾਜ਼ਤ ਨਹੀਂ ਹੈ। ਬਿਨਾਂ ਅਪਾਇੰਟਮੈਂਟ ਤੋਂ ਕਿਤੇ ਵੀ ਇਸ ਸੰਬੰਧੀ ਹਜੇ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਸਰਵਿਸ ਕੈਨੇਡਾ ਦੇ ਵੱਲੋਂ ਬਾਇਓਮੈਟ੍ਰਿਕ ਦੀ ਜੋ ਸਹੂਲਤ ਦਿੱਤੀ ਜਾਂਦੀ ਹੈ ਉਹ ਉਦੋਂ ਤੱਕ ਹੀ ਸ਼ੁਰੂ ਹੋਵੇਗੀ ਜਦੋਂ ਸਰਵਿਸ ਕੈਨੇਡਾ ਦੇ ਵੱਲੋਂ ਇਜਾਜ਼ਤ ਦਿੱਤੀ ਜਾਵੇਗੀ ਕਿ ਤੁਸੀਂ ਇਨ ਪਰਸਨ ਉੱਥੇ ਜਾ ਸਕਦੇ ਹੋ ਆਪਣਾ ਕੰਮ ਕਰਵਾਉਣ ਦੇ ਵਾਸਤੇ। ਤੇ ਇਸ ਸੰਬੰਧੀ ਨਾਲ ਦੀ ਨਾਲ ਸਾਰੀ ਜਾਣਕਾਰੀ ਵੈਬਸਾਈਟ ਦੇ ਉੱਤੇ ਸਾਂਝੀ ਕੀਤੀ ਜਾ ਰਹੀ ਹੈ CIC ਦੇ ਵੱਲੋਂ। ਤੇ ਇੱਥੇ ਇਹ ਵੀ ਖਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਇਸ 'ਚ ਸਵਾਲ ਪੁੱਛੇ ਜਾ ਰਹੇ ਸਨ ਕਿ ਸਿਟੀਜ਼ਨਸ਼ਿਪ ਵਾਸਤੇ ਟੈਸਟ ਹੋਣੇ ਕਦੋਂ ਸ਼ੁਰੂ ਹੋਣੇ ਨੇ। ਉਸ ਦੇ ਸੰਬੰਧੀ ਬੁਕਿੰਗ ਨੂੰ ਲੈ ਕੇ ਵੀ ਉੱਥੇ ਹੀ ਜਾਣਕਾਰੀ ਦਿੱਤੀ ਜਾਵੇਗੀ, ਜਿਵੇਂ ਕਿ ਵਰਚੁਅਲ ਜਿਹੜੀਆਂ ਸੈਰੇਮਨੀਜ਼ ਨੇ ਉਹ ਤਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ, ਉਸ ਸੰਬੰਧੀ ਤਰੀਕਾਂ ਵੀ ਦਿੱਤੀਆਂ ਜਾ ਰਹੀਆਂ ਨੇ, ਪਰ ਹਜੇ ਟੈਸਟ ਵਾਸਤੇ ਹਜੇ ਉਹਦੇ ਵਿੱਚ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਪਾਈ ਗਈ ਹੈ। ਪਰ ਜਦੋਂ ਤੁਸੀਂ ਉਸ ਦੇ ਵਿੱਚ ਸਿਰਫ ਇਸ ਸ਼ਬਦ ਦੇ ਨਾਲ ਹੀ ਉੱਥੇ ਸਰਚ ਕਰੋਗੇ ਤਾਂ ਤੁਹਾਨੂੰ ਸਿੱਧਾ ਸਾਹਮਣੇ ਆ ਜਾਵੇਗਾ ਕਿ ਜਿਹੜੀ ਵੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ, ਜਾਣਕਾਰੀ ਨੂੰ ਸੁਖਾਲਾ ਬਣਾਉਣ ਵਾਸਤੇ ਵੱਖਰੇ ਉਸ ਦੇ ਵਿੱਚ ਵਿੰਡੋਜ਼ ਵੀ ਬਣਾਈਆਂ ਗਈਆਂ ਨੇ। ਕੋਵਿਡ-19 ਨਾਲ ਸੰਬੰਧਿਤ ਵੱਖੋ ਵੱਖਰੇ ਪ੍ਰੋਗਰਾਮਸ ਦੇ ਨਾਲ ਸੰਬੰਧਿਤ ਤੇ ਜਿਹੜੇ ਬਦਲਾਅ ਆਏ ਨੇ ਉਹਨਾਂ ਨਾਲ ਸੰਬੰਧਿਤ ਵੱਖਰੇ ਤੌਰ ਦੇ ਉੱਤੇ ਹਰ ਵੈਬਸਾਈਟ ਦੇ ਉੱਤੇ ਕੈਨੇਡਾ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਉਸ ਨੂੰ ਸੁਖਾਲਾ ਬਣਾਇਆ ਜਾ ਸਕੇ। ਇੱਕ ਇੱਕ ਕਰਕੇ ਇਸ ਸੰਬੰਧੀ ਪੁਆਇੰਟ ਵੀ ਬਣਾਏ ਗਏ ਨੇ। ਜਦੋਂ ਹਰ ਇੱਕ ਪੁਆਇੰਟ ਦੇ ਉੱਤੇ ਕਲਿੱਕ ਕੀਤਾ ਜਾਂਦਾ ਹੈ ਤਾਂ ਉਸ ਸੰਬੰਧੀ ਵਿਸਥਾਰ ਦੇ ਵਿੱਚ ਜਾਣਕਾਰੀ ਸਾਹਮਣੇ ਆ ਜਾਂਦੀ ਹੈ, ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਪੂਰੀ ਤਰ੍ਹਾਂ ਸਾਰਾ ਕੁਝ ਚੰਗੀ ਤਰ੍ਹਾਂ ਸਮਝਾਇਆ ਹੋਇਆ ਹੈ
ਤੇ ਉੱਥੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ ਤੇ ਬਾਇਓਮੈਟ੍ਰਿਕਸ ਨੂੰ ਲੈ ਕੇ ਵੀ ਤੇ ਸਿਟੀਜ਼ਨਸ਼ਿਪ ਟੈਸਟ ਨੂੰ ਲੈ ਕੇ ਵੀ। ਤੇ ਇਸੇ ਸੰਬੰਧੀ ਬਾਰ-ਬਾਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਇਸ ਸੰਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਹਨਾਂ ਦੀ ਵੈਬਸਾਈਟ ਤੇ ਹੀ ਤੁਹਾਨੂੰ ਸਹੀ ਜਾਣਕਾਰੀ ਮਿਲੇਗੀ ਤੇ ਤੁਸੀਂ ਉੱਥੇ ਹੀ ਜ਼ਰੂਰ ਜਾ ਕੇ ਦੇਖੋ, ਨਾ ਕਿ ਤੁਸੀਂ ਆਲੇ ਦੁਆਲੇ ਕਿਸੇ ਹੋਰ ਵਿਅਕਤੀਆਂ ਤੋਂ ਜਾਂ ਦੋਸਤਾਂ ਮਿੱਤਰਾਂ ਤੋਂ ਬਾਰ-ਬਾਰ ਇਹ ਸਵਾਲ ਪੁੱਛੋ ਕਿ ਆਖਿਰ ਉਹ ਕਦੇ ਸ਼ੁਰੂ ਹੋਵੇਗਾ। ਤਾਂ ਕਿਉਂਕਿ ਤੁਹਾਨੂੰ ਜੇ ਸਿੱਧੀ ਜਾਣਕਾਰੀ ਸਾਫ਼ ਤੌਰ ਦੇ ਉੱਤੇ ਉੱਥੇ ਵੈਬਸਾਈਟ ਦੇ ਉੱਤੇ ਮਿਲ ਰਹੀ ਹੈ ਤਾਂ ਤੁਹਾਨੂੰ ਕਿਸੇ ਤੋਂ ਜਾਣਕਾਰੀ ਲੈਣ ਦੇ ਲਈ ਇੱਕ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ ਹੈ, ਕਿਉਂਕਿ ਕਈ ਵਾਰ ਕਿਸੇ ਵੱਲੋਂ ਗਲਤ ਜਾਣਕਾਰੀ ਵੀ ਦਿੱਤੀ ਜਾ ਸਕਦੀ ਹੈ ਤੇ ਉਸ ਗਲਤ ਜਾਣਕਾਰੀ ਦੇ ਆਧਾਰ ਦੇ ਉੱਤੇ ਥੋੜਾ ਨੁਕਸਾਨ ਵੀ ਹੋ ਸਕਦਾ ਹੈ ਜੇਕਰ ਤੁਸੀਂ ਅੱਗੇ ਉਸ ਸੰਬੰਧੀ ਆਪਣਾ ਕੋਈ ਕਦਮ ਚੁੱਕ ਲੈਂਦੇ ਹੋ। ਜਿਸ ਕਰਕੇ ਅਹਿਮ ਇਹੋ ਹੈ ਕਿ ਜਿਹੜੀ ਵੀ ਜਾਣਕਾਰੀ ਤੁਸੀਂ ਲੈਣੀ ਇਮੀਗ੍ਰੇਸ਼ਨ ਵਿਭਾਗ ਨਾਲ ਸੰਬੰਧਿਤ ਤਾਂ ਉਹ ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਹੀ ਲਈ ਜਾਵੇ। ਅਗਲੀ ਖਬਰ ਟੋਰਾਂਟੋ ਤੋਂ ਹੈ, ਜਿੱਥੇ ਕਿ ਪੁਲਿਸ ਚੀਫ ਟੋਰਾਂਟੋ ਤੋਂ ਮਾਰਕ ਸੌਂਡਰਸ ਉਹਨਾਂ ਦੇ ਵੱਲੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ। ਅੱਜ ਅਸਤੀਫੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਉਹ ਤੁਹਾਨੂੰ ਦੱਸਦੇ ਹਾਂ। ਟੋਰਾਂਟੋ ਪੁਲਿਸ ਚੀਫ ਮਾਰਕ ਸੌਂਡਰਸ ਨੇ ਸੋਮਵਾਰ ਦੁਪਹਿਰ ਨੂੰ ਆਪਣਾ ਅਸਤੀਫਾ ਦੇ ਦਿੱਤਾ, ਜਿਨ੍ਹਾਂ ਨੇ ਕਿਹਾ ਕਿ ਉਹ ਜੁਲਾਈ 31 ਨੂੰ ਆਪਣਾ ਅਹੁਦਾ ਛੱਡ ਦੇਣਗੇ। ਇਸ ਦੌਰਾਨ ਉਹਨਾਂ ਨੇ ਟੋਰਾਂਟੋ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਉਹ ਧੰਨਵਾਦੀ ਨੇ ਕਿ ਟੋਰਾਂਟੋ ਨੇ ਉਹਨਾਂ ਦੇ ਨਾਲ ਇਸ ਸਮੇਂ ਕੰਮ ਕੀਤਾ, ਜਿਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਸ ਵਧੀਆ ਸਮੇਂ ਨੂੰ ਯਾਦ ਰੱਖਣਗੇ। ਇੱਥੇ ਜ਼ਿਕਰਯੋਗ ਹੈ ਕਿ ਟੋਰਾਂਟੋ ਦੇ ਪੁਲਿਸ ਚੀਫ ਮਾਰਕ ਸੌਂਡਰਸ ਦਾ ਕੰਟਰੈਕਟ 2021 ਦੇ ਵਿੱਚ ਐਕਸਪਾਇਰ ਹੋਣਾ ਸੀ, ਪਰ ਉਹਨਾਂ ਨੇ 8 ਮਹੀਨੇ ਪਹਿਲਾਂ ਹੀ ਇਸ ਨੌਕਰੀ ਨੂੰ ਛੱਡ ਦਿੱਤਾ, ਜਿਸ ਦੇ ਲਈ ਉਹਨਾਂ ਨੇ ਕੋਈ ਵੀ ਕਾਰਨ ਨਹੀਂ ਦੱਸਿਆ। ਇੱਥੇ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਸਿਹਤ ਪੱਖੋਂ ਵੀ ਕੋਈ ਕਾਰਨ ਨਹੀਂ ਹੈ ਕਿ ਉਹ ਇਸ ਨੌਕਰੀ ਨੂੰ ਛੱਡ ਰਹੇ ਨੇ। ਇੱਥੇ ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਮਾਰਕ ਸੌਂਡਰਸ ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਸੀ ਤੇ ਇੱਥੇ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਸਿਹਤ ਪੱਖੋਂ ਕੋਈ ਦਿੱਕਤ ਹੋਣ ਕਰਕੇ ਉਹ ਅਸਤੀਫਾ ਦੇ ਰਹੇ ਨੇ, ਪਰ ਇਸ ਗੱਲ ਨੂੰ ਵੀ ਉਹਨਾਂ ਨੇ ਕਾਨਫਰੰਸ ਦੌਰਾਨ ਸਾਫ਼ ਕੀਤਾ ਕਿ ਉਹ ਸਿਹਤ ਪੱਖੋਂ ਕਿਸੇ ਵੀ ਕਾਰਨ ਕਰਕੇ ਅਸਤੀਫਾ ਨਹੀਂ ਦੇ ਰਹੇ, ਜਿਨ੍ਹਾਂ ਕਿਹਾ ਕਿ ਇਸ ਸਮੇਂ ਸਿਰਫ ਉਹਨਾਂ ਦਾ ਪਰਿਵਾਰ ਉਹਨਾਂ ਦੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇੱਥੇ ਜ਼ਿਕਰਯੋਗ ਹੈ ਕਿ ਟੋਰਾਂਟੋ ਦੇ ਵਿੱਚ ਕਾਲੇ ਭਾਈਚਾਰੇ ਤੋਂ ਪਹਿਲੇ ਵਿਅਕਤੀ ਸਨ ਮਾਰਕ ਸੌਂਡਰਸ, ਜੋ ਕਿ ਟੋਰਾਂਟੋ ਦੇ ਪੁਲਿਸ ਚੀਫ ਬਣੇ। ਅਪ੍ਰੈਲ 2015 ਦੇ ਵਿੱਚ ਉਹ ਪੁਲਿਸ ਚੀਫ ਬਣੇ ਸਨ, ਜਿਨ੍ਹਾਂ ਨੇ ਪੁਲਿਸ ਅਧਿਕਾਰੀ ਵਜੋਂ 37 ਸਾਲ ਕੰਮ ਕੀਤਾ ਹੈ। ਇਸ ਦੌਰਾਨ ਉਹਨਾਂ ਦੇ ਕੰਮ ਵਾਸਤੇ ਟੋਰਾਂਟੋ ਦੇ ਮੇਅਰ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ। ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਕਿਹਾ ਕਿ ਉਹਨਾਂ ਨੂੰ ਮਾਰਕ ਸੌਂਡਰਸ ਨੇ ਪਿਛਲੇ ਹਫ਼ਤੇ ਦੱਸ ਦਿੱਤਾ ਸੀ ਕਿ ਉਹ ਆਪਣੇ ਕੰਮ ਤੋਂ ਸੇਵਾ ਮੁਕਤ ਹੋਣਾ ਚਾਹੁੰਦੇ ਨੇ ਤੇ ਉਹਨਾਂ ਦੀ ਸਰਵਿਸ ਵਾਸਤੇ ਮੇਅਰ ਨੇ ਮਾਰਕ ਸੌਂਡਰਸ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕਾਲੇ ਭਾਈਚਾਰੇ ਦੇ ਵਾਸਤੇ ਜੋ ਕਾਲੇ ਭਾਈਚਾਰੇ ਵੱਲੋਂ ਤੇ ਨਾਲ ਉਹਨਾਂ ਦੇ ਨਾਲ ਸਮਰਥਨ ਜੋ ਲੋਕ ਦੇ ਰਹੇ ਨੇ, ਅਮਰੀਕਾ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤੇ ਕੈਨੇਡਾ ਦੀ ਗੱਲ ਕਰੀਏ ਜੇ, ਇੱਥੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਜਦੋਂ ਪ੍ਰਦਰਸ਼ਨ ਕੀਤੇ ਗਏ ਤਾਂ ਉਸ ਦੇ ਵਿੱਚ ਡੀਫੰਡ ਪੁਲਿਸ ਨੂੰ ਕਰਨ ਦੇ ਬਾਰੇ ਮੰਗ ਕੀਤੀ ਗਈ, ਯਾਨੀ ਕਿ ਜਿਹੜਾ ਪੁਲਿਸ ਨੂੰ ਫੰਡਿੰਗ ਦਿੱਤੀ ਜਾਂਦੀ ਹੈ ਉਹ ਨਾ ਦਿੱਤੀ ਜਾਵੇ, ਇਸ ਦੀ ਮੰਗ ਕੀਤੀ ਗਈ। ਇਸ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇਹ ਵੀ ਕਹਿਣਾ ਹੈ ਕਿ ਉਹ ਸ਼ਾਂਤੀ ਬਣਾਏ ਰੱਖਣ ਦੇ ਵਾਸਤੇ, ਵਧੀਆ ਜੀਵਨ ਜਿਉਣ ਵਾਸਤੇ ਉਹਨਾਂ ਨੂੰ ਪੁਲਿਸ ਦੀ ਲੋੜ ਨਹੀਂ ਹੈ, ਕਿਉਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਿਹੜੇ ਇਸ ਸਮੇਂ ਵੀਡੀਓ ਸਾਹਮਣੇ ਆਈਆਂ ਨੇ ਕਿਸੇ ਨੂੰ ਗ੍ਰਿਫਤਾਰ ਕਰਦੇ ਸਮੇਂ, ਜਾਂ ਫਿਰ ਜਿਹੜੇ ਹੁਣ ਕਾਲੇ ਭਾਈਚਾਰੇ ਦੇ ਜੋ ਪ੍ਰਦਰਸ਼ਨ ਵੀ ਸ਼ੁਰੂ ਹੋਏ ਨੇ, ਜੋ ਕਾਲੇ ਭਾਈਚਾਰੇ ਦੇ ਵਿਅਕਤੀ ਸਨ, ਉਹਨਾਂ ਦੀ ਗ੍ਰਿਫਤਾਰੀ ਦੇ ਦੌਰਾਨ ਕਿਸ ਤਰ੍ਹਾਂ ਉਸ ਦੀ ਮੌਤ ਹੋਈ ਵਿਅਕਤੀ ਦੀ, ਤੇ ਉਸ ਤੋਂ ਬਾਅਦ ਪੁਲਿਸ ਦੇ ਖਿਲਾਫ ਜਿਹੜਾ ਵਿਰੋਧ ਪ੍ਰਦਰਸ਼ਨ ਹੋਰ ਵੀ ਜ਼ਿਆਦਾ ਤੇਜ਼ ਹੋ ਗਿਆ। ਤੇ ਇੱਥੇ ਇਹ ਵੀ ਹੋਇਆ ਕਿ ਕਈ ਸਾਲ ਪੁਰਾਣੀਆਂ ਵੀ ਪੁਲਿਸ ਦੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਸੋਸ਼ਲ ਮੀਡੀਆ ਤੇ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਗਲਤ ਤਰੀਕੇ ਨਾਲ ਵਤੀਰਾ ਕੀਤਾ ਜਾ ਰਿਹਾ ਲੋਕਾਂ ਦੇ ਨਾਲ, ਜਾਂ ਫਿਰ ਉਹਨਾਂ ਨੂੰ ਗ੍ਰਿਫਤਾਰੀ ਕਰਦੇ ਸਮੇਂ ਹਿੰਸਾ ਜਾਂ ਫਿਰ ਜ਼ਿਆਦਾ ਜ਼ੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਨੂੰ ਫੰਡ ਨਾ ਦਿੱਤਾ ਜਾਵੇ। ਵੈਨਕੂਵਰ ਦੇ ਵਿੱਚ ਵੀ ਕੁਝ ਅਜਿਹੇ ਹੀ ਮੰਗ ਦੇ ਨਾਲ ਰੈਲੀ ਕੱਢੀ ਗਈ, ਕੈਲਗਰੀ ਦੇ ਵਿੱਚ ਵੀ ਤੇ ਹੋਰ ਕਈ ਥਾਵਾਂ ਦੇ ਉੱਤੇ ਇਸ ਦੀ ਮੰਗ ਕੀਤੀ ਗਈ। ਅਜਿਹੀਆਂ ਰੈਲੀਆਂ ਤੇ ਮੰਗਾਂ ਦੇ ਨਾਲ ਪੁਲਿਸ ਵਿਭਾਗ ਦੇ ਉੱਤੇ ਤਾਂ ਦਬਾਅ ਪਾਇਆ ਹੀ ਜਾ ਰਿਹਾ ਹੈ, ਸਗੋਂ ਸਰਕਾਰਾਂ ਦੇ ਉੱਤੇ ਕਾਫੀ ਜ਼ਿਆਦਾ ਦਬਾਅ ਆ ਗਿਆ ਹੈ। ਇਸੇ ਕਰਕੇ ਜਿਹੜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅੱਜ ਵੀ ਜ਼ਿਕਰ ਕੀਤਾ ਗਿਆ ਤੇ ਅੱਜ ਆਪਣੇ ਭਾਸ਼ਣ ਦੀ ਸ਼ੁਰੂਆਤ ਵੀ ਪ੍ਰਧਾਨ ਮੰਤਰੀ ਨੇ ਇਸੇ ਨਾਲ ਕੀਤੀ ਕਿ ਉਹਨਾਂ ਨੇ ਵੀ ਉਹਨਾਂ ਵੀਡੀਓਜ਼ ਦਾ ਜ਼ਿਕਰ ਕੀਤਾ ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਜ਼ਿਆਦਾ ਆਪਣੇ ਜ਼ੋਰ ਦਾ ਪ੍ਰਦਰਸ਼ਨ ਕੀਤਾ ਗਿਆ ਕਿ ਲੋਕਾਂ ਦੀ ਗ੍ਰਿਫਤਾਰੀ ਦੇ ਦੌਰਾਨ ਜਾਂ ਫਿਰ ਲੋਕਾਂ ਦੇ ਨਾਲ ਵਤੀਰਾ ਕਰਦੇ ਹੋਏ ਗਲਤ ਤੌਰ ਦੇ ਉੱਤੇ ਵਤੀਰਾ ਕੀਤਾ ਗਿਆ ਤੇ ਇਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਦੇ ਵਾਸਤੇ ਵੀ ਜਲਦ ਕਦਮ ਚੁੱਕਣ ਦੇ ਲਈ ਕਿਹਾ ਤੇ ਗੱਲਬਾਤ ਅੱਗੇ ਜਾਰੀ ਰੱਖਣ ਦੇ ਬਾਰੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀਆਂ ਵਰਦੀਆਂ ਦੇ ਉੱਤੇ ਕੈਮਰੇ
ਲਗਾਏ ਜਾਣਗੇ ਤੇ ਕੈਮਰੇ ਲਗਾਏ ਜਾਣ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਚਲਾਉਣ ਦੇ ਬਾਰੇ ਵੀ ਗੱਲ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਸ ਦਾ ਜ਼ਿਕਰ ਕੀਤਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਾਲੇ ਭਾਈਚਾਰੇ ਦੇ ਨਾਲ ਜਿਹੜੇ ਵੀ ਨਸਲੀ ਟਿੱਪਣੀਆਂ ਦੇ ਨਸਲੀ ਹਮਲਿਆਂ ਦੇ ਮਾਮਲੇ ਸਾਹਮਣੇ ਆਉਂਦੇ ਨੇ, ਉਹਨਾਂ ਮਾਮਲਿਆਂ ਦੇ ਖਿਲਾਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਨਾਲ ਨੇ ਤੇ ਇਸ ਸਮਰਥਨ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਅੱਜ ਕਿ ਸ਼ੁੱਕਰਵਾਰ ਦੇ ਦਿਨ ਓਟਵਾ ਦੇ ਵਿੱਚ ਉਹ ਰੈਲੀ ਦੇ ਵਾਸਤੇ ਵੀ ਭਾਈਚਾਰੇ ਦੇ ਨਾਲ ਖੜੇ ਸਨ ਤੇ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਸਲੀ ਟਿੱਪਣੀਆਂ ਤੇ ਨਸਲੀ ਹਮਲਿਆਂ ਦੇ ਵਿਰੋਧ ਦੇ ਵਿੱਚ ਉਹ ਆਪਣੀ ਆਵਾਜ਼ ਨਾਲ ਹੀ ਬੁਲੰਦ ਕਰਦੇ ਰਹਿਣਗੇ ਤੇ ਕੈਨੇਡਾ ਵਿੱਚ ਨਸਲੀ ਹਮਲਿਆਂ ਤੇ ਨਸਲੀ ਟਿੱਪਣੀਆਂ ਦੀ ਕੋਈ ਥਾਂ ਨਹੀਂ ਹੈ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਅਜਿਹਾ ਵਤੀਰਾ ਨਾ ਕੀਤਾ ਜਾਵੇ ਕਿ ਲੋਕ ਪੁਲਿਸ ਅਧਿਕਾਰੀਆਂ ਤੋਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਦੀ ਥਾਂ ਦੇ ਉੱਤੇ ਡਰ ਮਹਿਸੂਸ ਕਰਨ। ਇਸ ਦੇ ਵਾਸਤੇ ਵੀ ਕਦਮ ਚੁੱਕੇ ਜਾਣ ਦੀ ਗੱਲ ਕਹੀ। ਅਗਲੀ ਖਬਰ ਕੋਸਕੋ ਕੈਨੇਡਾ ਨਾਲ ਸੰਬੰਧਿਤ ਹੈ। ਵੱਡੀ ਗਿਣਤੀ ਦੇ ਵਿੱਚ ਕੈਨੇਡੀਅਨ ਕੋਸਕੋ ਜਾਂਦੇ ਨੇ ਸ਼ਾਪਿੰਗ ਦੇ ਵਾਸਤੇ ਤੇ ਹੁਣ ਤੱਕ ਕੋਵਿਡ-19 ਨੂੰ ਲੈ ਕੇ ਇਸ ਮਹੀਨੇ ਤੇ ਪਿਛਲੇ ਮਹੀਨੇ ਇਹਨਾਂ 2-3 ਮਹੀਨਿਆਂ ਦੇ ਦਰਮਿਆਨ ਜਿਹੜੇ ਵੱਡੇ ਬਦਲਾਅ ਆਏ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜੋ ਬਦਲਾਅ ਆਇਆ ਜਦੋਂ ਟਾਇਲਟ ਪੇਪਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਲੋਕ ਖਰੀਦਣ ਲੱਗ ਪਏ ਸਨ ਤਾਂ ਉਸ ਦੇ ਵਿੱਚ ਜੋ ਰੋਕ ਲਗਾਈ ਗਈ, ਅਜਿਹਾ ਪਹਿਲੀ ਵਾਰ ਹੋਇਆ ਕਿ ਉਸ ਦੇ ਉੱਤੇ ਸੀਮਾ ਲਗਾ ਦਿੱਤੀ ਗਈ ਕਿ ਇੱਕ ਵਿਅਕਤੀ ਕਿੰਨੇ ਟਾਇਲਟ ਪੇਪਰ ਦੇ ਪੈਕੇਟ ਹੈ ਜੋ ਲਿਜਾ ਸਕਦਾ ਹੈ। ਤੇ ਉਸ ਤੋਂ ਬਾਅਦ ਮਈ 21 ਨੂੰ ਕੈਨੇਡਾ ਦੇ ਵਿੱਚ ਕੋਸਕੋ ਨੇ ਐਲਾਨ ਕੀਤਾ ਕਿ ਬਿਨਾਂ ਮਾਸਕ ਤੋਂ ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਮਿਲੇਗੀ ਤੇ ਉਸ ਦੇ ਵਿੱਚ ਸਿਰਫ 2 ਸਾਲ ਤੱਕ ਦੇ ਬੱਚਿਆਂ ਨੂੰ ਛੋਟ ਮਿਲੀ ਤੇ ਨਾਲ ਹੀ ਉਹਨਾਂ ਵਿਅਕਤੀਆਂ ਨੂੰ ਜਿਹੜੇ ਮਾਸਕ ਨਹੀਂ ਪਾ ਸਕਦੇ ਜਿਨ੍ਹਾਂ ਨੂੰ ਸਾਹ ਨਾਲ ਸੰਬੰਧਿਤ ਕੋਈ ਦਿੱਕਤ ਹੋਵੇ। ਤੇ ਇਸ ਦੇ ਨਾਲ ਹੀ ਕੋਸਕੋ ਕੈਨੇਡਾ ਦੇ ਵੱਲੋਂ ਇਸ ਮਾਸਕ ਪਾਉਣ ਦੇ ਐਲਾਨ ਤੋਂ ਪਹਿਲਾਂ ਹੀ ਫੂਡ ਸੈਂਪਲਿੰਗ ਵੀ ਬੰਦ ਕਰ ਦਿੱਤੀ ਗਈ ਸੀ। ਫੂਡ ਸੈਂਪਲਿੰਗ ਬੰਦ ਕੀਤੇ ਜਾਣ ਤੋਂ ਬਾਅਦ ਇਹ ਵੀ ਇੱਥੇ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਆਉਂਦੇ ਮਹੀਨੇ ਦੇ ਵਿੱਚ ਇਸ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਪਹਿਲਾਂ ਗੱਲ ਕਹੀ ਜਾ ਰਹੀ ਸੀ ਪਰ ਅਜਿਹਾ ਨਹੀਂ ਹੈ। ਇਸ ਦੇ ਬਾਰੇ ਕਿਹਾ ਗਿਆ ਕਿ ਫੂਡ ਸੈਂਪਲਿੰਗ ਜੋ ਕੋਸਕੋ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਇਸ ਨੂੰ ਪਸੰਦ ਵੀ ਕੀਤਾ ਜਾਂਦਾ ਸੀ ਤੇ ਪਰ ਫਿਲਹਾਲ ਕੋਈ ਵੀ ਇਸ ਦੇ ਲਈ ਤਰੀਕ ਨਹੀਂ ਦੱਸੀ ਗਈ ਹੈ ਕਿ ਆਖਿਰ ਕਦੋਂ ਤੱਕ ਮੁੜ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਜਦੋਂ ਚੀਜ਼ਾਂ ਨੂੰ ਵਾਪਸ ਮੋੜਨਾ ਹੈ ਤਾਂ ਉਸ ਪ੍ਰਕਿਰਿਆ ਦੇ ਵਿੱਚ ਵੀ ਕਈ ਬਦਲਾਅ ਕਰ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਵੱਡਾ ਬਦਲਾਅ ਜੋ ਹੋਇਆ ਹੈ ਉਹ ਜੋ ਕੋਸਕੋ ਦੇ ਵਿੱਚ ਫੂਡ ਕੋਰਟ ਹੈ ਉਸ ਦੇ ਵਿੱਚ ਕਾਫੀ ਸੀਮਤ ਕਰ ਦਿੱਤਾ ਗਿਆ ਮੈਨਿਊ ਕਿ ਕਾਫੀ ਜ਼ਿਆਦਾ ਘੱਟ ਚੀਜ਼ਾਂ ਰਹਿ ਗਈਆਂ ਨੇ ਪਹਿਲਾਂ ਨਾਲੋਂ ਤੇ ਨਾਲ ਹੀ ਸਿਰਫ ਟੇਕ ਆਊਟ ਦੇ ਵਾਸਤੇ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ, ਉੱਥੇ ਬੈਠ ਕੇ ਖਾਇਆ ਨਹੀਂ ਜਾ ਸਕਦਾ। ਤੇ ਕੁਝ ਇਸ ਤਰ੍ਹਾਂ ਦੇ ਬਦਲਾਅ ਕੋਸਕੋ ਕੈਨੇਡਾ ਦੇ ਵਿੱਚ ਆਏ ਨੇ ਤੇ ਅਮਰੀਕਾ ਦੇ ਵਿੱਚ ਤਾਂ ਜਿਹੜੇ ਕੋਸਕੋ ਦੇ ਵੱਲੋਂ ਫੂਡ ਸੈਂਪਲਿੰਗ ਦੇ ਵਾਸਤੇ ਇਜਾਜ਼ਤ ਜਲਦੀ ਹੀ ਦਿੱਤੀ ਜਾ ਰਹੀ ਹੈ ਪਰ ਫਿਲਹਾਲ ਕੈਨੇਡਾ ਦੇ ਵਿੱਚ ਅਜਿਹਾ ਕੋਈ ਵੀ ਪਲਾਨ ਹਜੇ ਨਹੀਂ ਦੱਸਿਆ ਗਿਆ। ਇਸ ਤਰ੍ਹਾਂ ਲਈ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਜੋ ਕਿ ਸਰੀ ਤੋਂ ਹੈ। ਸਰੀ ਦੇ ਵਿੱਚ ਨਸ਼ੇ ਜ਼ਬਤ ਕਰਨ ਦੇ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਜੋ ਨਸ਼ਾ, ਕੈਸ਼ ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਉਸ ਦੀਆਂ ਤਸਵੀਰਾਂ ਵੀ ਪੁਲਿਸ ਨੇ ਸਾਂਝੀਆਂ ਕੀਤੀਆਂ। ਸਰੀ RCMP ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਨਸ਼ਾ, ਕੈਸ਼ ਤੇ ਨਸ਼ਾ ਤਸਕਰੀ ਦੇ ਸਬੂਤ ਬਰਾਮਦ ਕੀਤੇ ਨੇ। ਗਿਲਫਰਡ ਦੇ ਕੋਲ ਅਧਿਕਾਰੀ ਜੂਨ 2, 2020 ਨੂੰ ਪੈਟਰੋਲਿੰਗ ਕਰ ਰਹੇ ਸੀ ਕਿ ਇਸੇ ਦੌਰਾਨ ਇੱਕ ਸ਼ੱਕੀ ਵਾਹਨ ਦੀ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਜਿਸ ਦੇ ਵਿੱਚ 2 ਵਿਅਕਤੀ ਮੌਜੂਦ ਸਨ, ਇੱਕ ਔਰਤ ਤੇ ਇੱਕ ਪੁਰਸ਼। ਇਸ ਸੰਬੰਧੀ ਪੁਲਿਸ ਨੇ ਕਿਹਾ ਕਿ ਗੈਸ ਸਟੇਸ਼ਨ ਦੀ ਪਾਰਕਿੰਗ ਵਿੱਚ ਇਹ ਵਾਹਨ ਮੌਜੂਦ ਸੀ ਜੋ ਕਿ 168 ਸਟਰੀਟ ਤੇ 96 ਐਵੇਨਿਊ ਦੇ ਉੱਤੇ ਸੀ। ਵਾਹਨ ਦੀ ਪੂਰੀ ਤਰ੍ਹਾਂ ਜਦੋਂ ਜਾਂਚ ਕੀਤੀ ਗਈ ਤਾਂ ਉਹਨਾਂ ਨੂੰ ਜਾਪਿਆ ਕਿ ਇਹ ਨਸ਼ਾ ਤਸਕਰੀ ਕਰ ਰਹੇ ਸਨ ਵਿਅਕਤੀ, ਜਿਸ ਤੋਂ ਬਾਅਦ ਉਹਨਾਂ ਨੇ ਗੱਡੀ ਵਿੱਚ ਮੌਜੂਦ ਪੁਰਸ਼ ਤੇ ਔਰਤ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਾਂਚ ਜਦੋਂ ਅੱਗੇ ਵਧਾਈ ਗਈ ਤਾਂ ਪੁਲਿਸ ਨੂੰ ਇਸ ਦੇ ਵਿੱਚ ਕੋਕੇਨ, ਹੈਰੋਇਨ, ਫੈਂਟਨਲ ਤੇ ਹੋਰ ਨਾਲ ਕਾਫੀ ਸਮਾਨ ਮਿਲਿਆ ਜਿਸ ਦੇ ਵਿੱਚ $20,000 ਕੈਸ਼ ਵੀ ਮੌਜੂਦ ਸੀ। ਇਸ ਦੌਰਾਨ ਦੋਵੇਂ ਵਿਅਕਤੀਆਂ ਨੂੰ ਫਿਲਹਾਲ ਤਾਂ ਛੱਡ ਦਿੱਤਾ ਗਿਆ ਤੇ ਹਜੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਪਰ ਪੁਲਿਸ ਨੇ ਕਿਹਾ ਕਿ ਇਸ ਦੇ ਉੱਤੇ ਜਾਂਚ ਹਜੇ ਵੀ ਜਾਰੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਅਜਿਹਾ ਕੋਈ ਵੀ ਸ਼ੱਕੀ ਵਾਹਨ ਜਾਂ ਸ਼ੱਕੀ ਘਟਨਾ ਵਾਪਰਦੀ ਦੇਖਦੇ ਹੋ ਤਾਂ ਸਰੀ RCMP ਨਾਲ ਸਿੱਧਾ 604 5990 502 ਤੇ ਸੰਪਰਕ ਕਰ ਸਕਦੇ ਹੋ ਤੇ ਜੇਕਰ ਤੁਸੀਂ ਆਪਣੀ ਪਛਾਣ ਨੂੰ ਲੁਕੋ ਕੇ ਸ਼ਿਕਾਇਤ ਕਰਨਾ ਚਾਹੁੰਦੇ ਹੋ ਤਾਂ ਕ੍ਰਾਈਮ ਸਟਾਪਰਸ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਇਸ ਤਰ੍ਹਾਂ ਹੀ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਕਿਰਾਏ ਨਾ ਦਿੱਤੇ ਜਾਣ ਦੇ ਬਾਰੇ ਇੱਕ ਰਿਪੋਰਟ ਸਾਹਮਣੇ ਆਈ। ਉਸ ਰਿਪੋਰਟ ਦੇ ਵਿੱਚ ਕੁਝ ਫੀਸਦ ਤੱਕ ਦੱਸਿਆ ਗਿਆ ਹੈ ਕਿ ਰਿਟੇਲਰਸ ਦੇ ਵੱਲੋਂ ਖਾਸ ਤੌਰ ਦੇ ਉੱਤੇ ਜੋ ਵਪਾਰੀ ਨੇ ਕਮਰਸ਼ੀਅਲ ਪ੍ਰਾਪਰਟੀਜ਼ ਤੇ ਕਿਸ ਤਰ੍ਹਾਂ ਕਿਰਾਏ ਨਹੀਂ ਦਿੱਤੇ ਗਏ ਇਹਨਾਂ ਮਹੀਨਿਆਂ ਦੇ ਦੌਰਾਨ ਕੋਵਿਡ-19 ਦੇ ਕਰਕੇ ਵਪਾਰੀ ਕਿੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਉਸ ਦੇ ਬਾਰੇ ਜਾਣਕਾਰੀ ਇਸ ਰਿਪੋਰਟ ਦੇ ਵਿੱਚ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਮਰਸ਼ੀਅਲ ਪ੍ਰਾਪਰਟੀਜ਼ ਦੇ ਮਾਲਕਾਂ ਦੇ ਵੱਲੋਂ ਆਪਣੀਆਂ ਦਿੱਕਤਾਂ ਵੀ ਸਾਂਝੀਆਂ ਕੀਤੀਆਂ ਗਈਆਂ ਤੇ ਇਸ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਮਈ ਮਹੀਨੇ ਵਿੱਚ 16% ਵਪਾਰੀਆਂ ਦੇ ਵੱਲੋਂ ਆਪਣੀਆਂ ਕਮਰਸ਼ੀਅਲ ਪ੍ਰਾਪਰਟੀਜ਼ ਦਾ
ਕਿਰਾਇਆ ਨਹੀਂ ਦਿੱਤਾ ਗਿਆ, ਪਰ ਅਪ੍ਰੈਲ ਮਹੀਨੇ ਦੇ ਵਿੱਚ 39% ਨੇ ਕਿਰਾਇਆ ਨਹੀਂ ਦਿੱਤਾ ਸੀ। ਮਈ ਦੇ ਵਿੱਚ ਸਾਹਮਣੇ ਆਏ ਅੰਕੜੇ ਬੇਸ਼ੱਕ ਅਪ੍ਰੈਲ ਦੇ ਨਾਲੋਂ ਘੱਟ ਨੇ, ਪਰ ਫਿਰ ਵੀ ਜਿਹੜੇ ਲੈਂਡਲੌਰਡ ਇਸ ਸੰਬੰਧੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਮਦਦ ਨੂੰ ਲੈ ਲੈਂਦੇ ਨੇ ਤਾਂ ਉਸ ਦੇ ਵਿੱਚ ਉਹਨਾਂ ਨੂੰ 75% ਤੱਕ ਹੀ ਮਦਦ ਮਿਲ ਰਹੀ ਹੈ, ਜਿਸ ਦੇ ਵਿੱਚ ਕਿਰਾਏ ਦੇ ਵਿੱਚ ਉਹ 25% ਤੱਕ ਘਾਟਾ ਉਹਨਾਂ ਨੂੰ ਹੋਵੇਗਾ ਤੇ ਨਾਲ ਹੀ ਉਹ ਐਵਿਕਸ਼ਨ ਨੋਟਿਸ ਵੀ ਨਹੀਂ ਦੇ ਸਕਦੇ, ਕਿਉਂਕਿ ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਕਟ ਵੀ ਲਾਗੂ ਕਰ ਦਿੱਤਾ ਗਿਆ ਹੈ। ਇਸ ਐਕਟ ਨੂੰ ਉਦੋਂ ਤੱਕ ਲਾਗੂ ਕੀਤਾ ਗਿਆ ਜਦੋਂ ਤੱਕ ਕੈਨੇਡਾ ਐਮਰਜੈਂਸੀ ਕਮਰਸ਼ੀਅਲ ਰੈਂਟ ਅਸਿਸਟੈਂਸ ਪ੍ਰੋਗਰਾਮ ਲਾਗੂ ਹੈ। ਇਸ ਸੰਬੰਧੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਤਾਂ ਇਸੇ ਨੂੰ ਲੈ ਕੇ ਕਮਰਸ਼ੀਅਲ ਪ੍ਰਾਪਰਟੀਜ਼ ਦੇ ਮਾਲਕਾਂ ਦੇ ਵੱਲੋਂ ਦਿੱਕਤਾਂ ਸਾਂਝੀਆਂ ਕੀਤੀਆਂ ਗਈਆਂ, ਜਿਸ ਸੰਬੰਧੀ ਜਾਣਕਾਰੀ ਕੋਲੀਅਰਸ ਰੀਅਲ ਏਸਟੇਟ ਮੈਨੇਜਮੈਂਟ ਸਰਵਿਸਿਜ਼ ਦੇ ਵੱਲੋਂ ਦਿੱਤੀ ਗਈ ਹੈ, ਜਿਨ੍ਹਾਂ ਦੇ ਵੱਲੋਂ ਹਰ ਮਹੀਨੇ ਰੈਂਟ ਕਲੈਕਸ਼ਨ ਤੇ ਰਿਲੀਫ ਸਟੇਟਸ ਦੇ ਉੱਤੇ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਮਈ ਮਹੀਨੇ ਜ਼ਿਆਦਾ ਵਪਾਰੀਆਂ ਨੇ ਕਿਰਾਏ ਦਿੱਤੇ ਤਾਂ ਨਹੀਂ, ਪਰ ਉਸ ਦੇ ਵਿੱਚ ਵੀ 16% ਅਜਿਹੇ ਨੇ ਜਿਨ੍ਹਾਂ ਦੇ ਵੱਲੋਂ ਕਿਰਾਏ ਨਹੀਂ ਦਿੱਤੇ ਗਏ, ਖਾਸ ਤੌਰ ਦੇ ਉੱਤੇ ਜਿਨ੍ਹਾਂ ਦਾ ਰਿਟੇਲ ਦਾ ਬਿਜ਼ਨਸ ਹੈ। ਤੇ ਇਸ ਦੇ ਵਿੱਚ ਵਪਾਰੀਆਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਘਾਟਾ ਇਸ ਸਮੇਂ ਦੌਰਾਨ ਪਿਆ ਕਿ ਉਹਨਾਂ ਨੂੰ ਆਪਣਾ ਕੰਮ ਬੰਦ ਕਰਨਾ ਪਿਆ, ਜਿਸ ਦੇ ਵਿੱਚ ਉਹਨਾਂ ਨੂੰ ਕੋਈ ਵੀ ਕਮਾਈ ਨਹੀਂ ਆਈ। ਤੇ ਕੋਵਿਡ-19 ਦੇ ਹਦਾਇਤਾਂ ਜਦੋਂ ਢਿੱਲੀਆਂ ਹੋਈਆਂ ਤਾਂ ਵਪਾਰੀਆਂ ਦੇ ਵੱਲੋਂ ਜਦੋਂ ਆਪਣੇ ਵਪਾਰ ਖੋਲ੍ਹੇ ਵੀ ਜਾ ਰਹੇ ਨੇ ਤਾਂ ਲੋਕ ਬਹੁਤ ਘੱਟ ਗਿਣਤੀ ਦੇ ਵਿੱਚ ਆ ਰਹੇ ਨੇ, ਜਿਸ ਕਰਕੇ ਉਹਨਾਂ ਨੂੰ ਕਿਰਾਇਆ ਵੀ ਉਸੇ ਤਰ੍ਹਾਂ ਦੇਣਾ ਪੈ ਰਿਹਾ ਹੈ, ਬਿਜਲੀ ਦੇ ਬਿੱਲ ਵੀ, ਤੇ ਸਾਰਾ ਕੁਝ ਖਰਚੇ ਉਸੇ ਤਰ੍ਹਾਂ ਨੇ, ਪਰ ਕਮਾਈ ਉਹਨਾਂ ਨੂੰ ਨਹੀਂ ਹੋ ਰਹੀ, ਜਿਸ ਦੇ ਕਰਕੇ ਉਹ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਫੇਰੀਜ਼ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਹੈ ਕਿ 15 ਜੂਨ ਤੋਂ ਨਵੀਆਂ ਹਦਾਇਤਾਂ ਲਾਗੂ ਹੋ ਰਹੀਆਂ ਨੇ, ਜਿਸ ਦੇ ਵਿੱਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। BC ਫੇਰੀਜ਼ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 30 ਮਿੰਟ ਤੋਂ ਵੱਧ ਦਾ ਸਫ਼ਰ ਜੇਕਰ ਫੇਰੀ ਦੇ ਵਿੱਚ ਕਰਨਾ ਹੈ ਤਾਂ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਇਸ ਸੰਬੰਧੀ 15 ਜੂਨ ਤੋਂ ਇਹ ਲਾਗੂ ਹੋ ਰਿਹਾ ਹੈ, ਜਿਸ ਸੰਬੰਧੀ BC ਫੇਰੀਜ਼ ਨੇ ਜਾਣਕਾਰੀ ਦਿੰਦੇ ਹੋਏ ਸਾਰੇ ਹੀ ਯਾਤਰੀਆਂ ਨੂੰ ਅੱਗੇ ਜਾਣਕਾਰੀ ਦੇਣ ਦੇ ਵਾਸਤੇ ਕਿਹਾ ਹੈ ਕਿ ਜਿਹੜੇ ਵੀ ਯਾਤਰੀ ਫੇਰੀ ਦੇ ਵਿੱਚ ਆਉਣਗੇ, ਪਹਿਲਾਂ ਦੀ ਤਰ੍ਹਾਂ ਉਹਨਾਂ ਦੀ ਸਕਰੀਨਿੰਗ ਤਾਂ ਹੋਵੇਗੀ ਹੀ, ਪਰ ਨਾਲ ਹੀ ਆਪਣੇ ਨਾਲ ਮਾਸਕ ਉਹਨਾਂ ਨੂੰ ਰੱਖਣਾ ਪਵੇਗਾ। 2 ਸਾਲ ਦੀ ਉਮਰ ਤੋਂ ਵੱਧ ਦੇ ਹਰੇਕ ਵਿਅਕਤੀ ਦੇ ਕੋਲ ਮਾਸਕ ਹੋਣਾ ਜ਼ਰੂਰੀ ਹੈ ਤੇ ਜਾਂ ਫਿਰ ਮੂੰਹ ਢੱਕਣ ਵਾਸਤੇ ਕੋਈ ਵੀ ਚੀਜ਼ ਉਹ ਆਪਣੇ ਕੋਲ ਰੱਖ ਸਕਦੇ ਨੇ, ਜਿਸ ਨਾਲ ਕੋਵਿਡ-19 ਨਾਲ ਸੰਬੰਧਿਤ ਹਦਾਇਤਾਂ ਨੇ ਜੋ ਟਰਾਂਸਪੋਰਟ ਕੈਨੇਡਾ ਦੇ ਵੱਲੋਂ ਮਿਲੀਆਂ ਨੇ, ਉਹਨਾਂ ਦੇ ਆਧਾਰ ਦੇ ਉੱਤੇ ਐਲਾਨ ਕੀਤਾ ਗਿਆ ਹੈ। BC ਫੇਰੀਜ਼ ਨੇ ਕਿਹਾ ਕਿ 2 ਮੀਟਰ ਦੀ ਵਿੱਥ ਜਿੱਥੇ ਬਣਾਉਣੀ ਮੁਮਕਿਨ ਨਹੀਂ ਹੈ, ਉੱਥੇ ਮਾਸਕ ਪਾਉਣਾ ਜ਼ਰੂਰੀ ਹੈ, ਅਜਿਹਾ ਟਰਾਂਸਪੋਰਟ ਕੈਨੇਡਾ ਦੇ ਵੱਲੋਂ ਕਿਹਾ ਗਿਆ ਹੈ। ਇਸ ਸੰਬੰਧੀ ਕੰਪਨੀ ਦੇ ਵੱਲੋਂ ਉਹਨਾਂ ਕਈ ਥਾਵਾਂ ਦੇ ਉੱਤੇ ਆਪਣੀਆਂ ਸਰਵਿਸਿਜ਼ ਨੂੰ ਵੀ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ, ਜਿੱਥੇ ਕੁਝ ਸਮੇਂ ਦੇ ਲਈ ਇਹਨਾਂ ਸਰਵਿਸਿਜ਼ ਨੂੰ ਕੋਵਿਡ-19 ਦੇ ਕਰਕੇ ਬੰਦ ਕੀਤਾ ਗਿਆ ਸੀ। ਇੱਥੇ ਵੀ ਜ਼ਿਕਰਯੋਗ ਹੈ ਕਿ ਜਿਹੜੇ ਆਪਣੇ ਗੱਡੀਆਂ ਦੇ ਵਿੱਚ ਆਉਂਦੇ ਨੇ ਉਹ ਗੱਡੀਆਂ ਦੇ ਵਿੱਚ ਹੀ ਬੈਠ ਸਕਦੇ ਨੇ, ਅਜਿਹੀ ਇਜਾਜ਼ਤ ਵੀ ਹਜੇ ਵੀ ਉਸੇ ਤਰ੍ਹਾਂ ਜਾਰੀ ਹੈ, ਪਰ ਮਾਸਕ ਪਾਉਣ ਦੇ ਲਈ ਹੁਣ ਸਾਰੇ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ। ਇੱਥੇ ਵੀ ਕਿਹਾ ਗਿਆ ਕਿ ਜਿਹੜਾ ਵਿਅਕਤੀ ਮਾਸਕ ਨਹੀਂ ਲੈ ਕੇ ਆਵੇਗਾ ਉਸ ਨੂੰ BC ਫੇਰੀਜ਼ ਦੇ ਵੱਲੋਂ ਫੇਰੀ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਸਕੈਚਵਨ ਦੇ ਵਿੱਚ ਹੁਣ ਤੱਕ ਜੋ ਕੋਵਿਡ-19 ਦੇ ਮਾਮਲੇ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਕਾਬੂ ਪਾਇਆ ਗਿਆ ਤੇ ਗਿਣਤੀ ਬਹੁਤ ਘੱਟ ਸਾਹਮਣੇ ਆ ਰਹੀ ਹੈ ਤੇ ਇਸ ਤੋਂ ਬਾਅਦ ਹੁਣ ਵੱਖੋ ਵੱਖਰੇ ਪੜਾਅ ਤਹਿਤ ਸੂਬੇ ਦੇ ਵਿੱਚ ਵੱਖੋ ਵੱਖਰੀਆਂ ਚੀਜ਼ਾਂ ਨੂੰ ਖੋਲ੍ਹੇ ਜਾਣ ਦੇ ਬਾਰੇ ਜੋ ਇਜਾਜ਼ਤ ਦਿੱਤੀ ਜਾਣੀ ਸੀ, ਉਸ ਦੇ ਵਿੱਚ ਹੁਣ ਕਹਿ ਦਿੱਤਾ ਗਿਆ ਹੈ ਕਿ ਪਲੇਗਰਾਊਂਡ ਤੇ ਨਾਲ ਹੀ ਬੀਚ ਜੂਨ 12 ਤੋਂ ਖੋਲ੍ਹੇ ਜਾ ਰਹੇ ਨੇ ਤੇ ਇਸ ਸੰਬੰਧੀ ਇਜਾਜ਼ਤ ਦਿੰਦੇ ਹੋਏ ਐਲਾਨ ਕੀਤਾ ਗਿਆ ਕਿ ਇਸ ਸ਼ੁੱਕਰਵਾਰ ਤੋਂ ਪਲੇਗਰਾਊਂਡ ਤੇ ਬੀਚ ਖੋਲ੍ਹ ਦਿੱਤੇ ਜਾਣਗੇ, ਪਰ ਹਦਾਇਤਾਂ ਕੁਝ ਉਸੇ ਤਰ੍ਹਾਂ ਲਾਗੂ ਰਹਿਣਗੀਆਂ, ਜਿਵੇਂ ਕਿ 2 ਮੀਟਰ ਦਾ ਫਾਸਲਾ ਇੱਕ ਦੂਜੇ ਤੋਂ ਬਣਾਏ ਰੱਖਣਾ ਤੇ ਨਾਲ ਹੀ ਜੇਕਰ ਕੋਈ ਵੀ ਬਿਮਾਰ ਹੈ ਤਾਂ ਉਹ ਉਸ ਥਾਂ ਦੇ ਉੱਤੇ ਨਾ ਆਵੇ। ਤੇ ਇਸ ਨੂੰ ਲੈ ਕੇ ਮਾਪਿਆਂ ਨੂੰ ਵੀ ਕਿਹਾ ਗਿਆ ਕਿ ਜੇਕਰ ਕੋਈ ਬੱਚਾ ਬਿਮਾਰ ਹੋਵੇ ਤਾਂ ਉਸ ਨੂੰ ਬਿਲਕੁਲ ਵੀ ਪਲੇਗਰਾਊਂਡ ਦੇ ਵਿੱਚ ਖੇਲਣ ਵਾਸਤੇ ਨਾ ਭੇਜਿਆ ਜਾਵੇ ਤੇ ਉਸ ਦੀ ਤੇ ਦੂਜਿਆਂ ਦੀ ਸੁਰੱਖਿਆ ਦੇ ਵਾਸਤੇ ਇਹ ਅਹਿਮ ਹੈ। ਚਲਾਵੈਕਾਰ CMP ਨੇ ਡਾਇਲੇਡੋਪ ਆਪਰੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਆਪਰੇਸ਼ਨ ਹੁਣ ਉਹਨਾਂ ਨੇ ਬੰਦ ਕਰ ਦਿੱਤਾ ਹੈ। ਇਸ ਆਪਰੇਸ਼ਨ ਦੀ ਕਾਮਯਾਬੀ ਦੇ ਬਾਰੇ ਇੱਕ ਜੋ ਪੂਰੀ ਜਾਣਕਾਰੀ ਦਿੱਤੀ ਗਈ ਹੈ ਉਹ ਤੁਹਾਨੂੰ ਦੱਸਿਆ ਕੀ ਹੈ। ਚਲਾਵੈਕਾਰ CMP ਨੇ ਡਾਇਲੇਡੋਪ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਸ ਤੋਂ ਬਾਅਦ ਇਸ ਆਪਰੇਸ਼ਨ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਪੂਰੀ ਜਾਂਚ ਚਲਾਵੈਕਾਰ CMP ਕ੍ਰਾਈਮ ਰਿਡਕਸ਼ਨ ਯੂਨਿਟ ਡਰੱਗ ਸੈਕਸ਼ਨ ਦੇ ਵੱਲੋਂ ਮਿਲ ਕੇ ਕੀਤੀ ਜਾ ਰਹੀ ਸੀ, ਜਿਸ ਦੇ ਵਿੱਚ ਸ਼ੱਕੀਆਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਸੀ। ਡਾਇਲੇਡੋਪ ਆਪਰੇਸ਼ਨ ਦੇ ਤਹਿਤ ਗੈਰ ਕਾਨੂੰਨੀ ਤੌਰ ਦੇ ਉੱਤੇ ਸ਼ਹਿਰ ਵਿੱਚ ਨਸ਼ਾ ਵੇਚਣ ਵਾਲਿਆਂ ਉੱਤੇ ਕਾਬੂ ਪਾਉਣ ਦੇ ਵਾਸਤੇ ਇਸ ਨੂੰ ਸ਼ੁਰੂ ਕੀਤਾ ਗਿਆ, ਜਿਸ ਦੇ ਵਿੱਚ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ 46,000 ਬਲਾਕ ਤੇ ਐਂਡਰਿਊਸ ਐਵੇਨਿਊ ਚਲਾਵੈਕ ਦੇ ਵਿੱਚ ਇੱਕ ਪਤੇ ਦੇ ਉੱਤੇ
ਇਸ ਦਾ ਸਬੰਧ ਸੀ, ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਜਾਂਚ ਕੀਤੀ ਤਾਂ ਉਹਨਾਂ ਨੂੰ ਕਾਫੀ ਕੁਝ ਮਿਲਿਆ ਵੀ। ਮਈ 26 2020 ਨੂੰ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਿ ਇੱਕ ਲੋਕਲ ਬਿਜ਼ਨਸ ਦੇ ਬਾਹਰ ਮੌਜੂਦ ਸਨ। ਇਸ ਦੌਰਾਨ ਪੁਲਿਸ ਨੇ ਉਹਨਾਂ ਕੋਲੋਂ ਨਸ਼ਾ ਵੀ ਬਰਾਮਦ ਕੀਤਾ। ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਪ੍ਰੋਗਰਾਮ ਇਸ ਕਰਕੇ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਸ਼ਹਿਰ ਦੇ ਵਿੱਚ ਨਸ਼ਾ ਤਸਕਰੀ ਵਰਗਾ ਜੇਕਰ ਕੋਈ ਕੰਮ ਹੁੰਦਾ ਹੈ ਤਾਂ ਉਸ ਦੇ ਉੱਤੇ ਕਾਬੂ ਪਾਇਆ ਜਾ ਸਕੇ ਤੇ ਸਟਰੀਟਸ ਦੇ ਉੱਤੇ ਗੈਰ ਕਾਨੂੰਨੀ ਨਸ਼ਾ ਨਾ ਪਹੁੰਚੇ, ਜਿਸ ਨੂੰ ਲੈ ਕੇ ਉਹਨਾਂ ਨੂੰ ਕਾਮਯਾਬੀ ਵੀ ਮਿਲੀ ਹੈ। ਇਸ ਸੰਬੰਧੀ ਚਲਾਵਾਕਾਰ ਸੀਐਮਪੀ ਨੇ ਕਿਹਾ ਕਿ ਜੇਕਰ ਹਜੇ ਵੀ ਕਿਸੇ ਦੇ ਕੋਲ ਵੀ ਇਸ ਸੰਬੰਧੀ ਜਾਣਕਾਰੀ ਵੀ ਹੋਵੇ ਤਾਂ 604 792 4611 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਤੇ ਜੇਕਰ ਤੁਸੀਂ ਆਪਣਾ ਨਾਮ ਦੱਸੇ ਬਿਨਾਂ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਕ੍ਰਾਈਮ ਸਟਾਪਰਸ ਦੇ ਨਾਲ 1800 222 8477 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਜੋ ਯੰਤਰ ਪੁਲਿਸ ਦੇ ਵੱਲੋਂ ਇਸ ਮੌਕੇ ਬਰਾਮਦ ਕੀਤਾ ਗਿਆ ਹੈ ਉਸ ਦੇ ਨਾਲ ਕੋਕੇਨ ਤਿਆਰ ਕੀਤੀ ਜਾਂਦੀ ਸੀ, ਅਜਿਹਾ ਮੰਨਿਆ ਜਾ ਰਿਹਾ ਹੈ, ਜਿਸ ਦੀ ਤਸਵੀਰ ਵੀ ਪੁਲਿਸ ਨੇ ਸਾਂਝੀ ਕੀਤੀ ਹੈ। ਖਬਰਾਂ ਦੇ ਇਸ ਬੁਲੇਟਿਨ ਵਿੱਚ ਅੱਜ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।